ਤੁਸੀਂ ਸੁਣ ਰਹੇ ਹੋ ਭੁਪਿੰਦਰ ਸਿੰਘ ਰੈਣਾ ਦੇ ਲਿਖੇ ਹੋਏ ਨਾਵਲ ਬੇਨਾਮ ਰਿਸ਼ਤੇ ਦੀ 8ਵੀਂ ਕਿਸ਼ਤ ਤੇ ਪਹਿਲੀਆਂ 7 ਕਿਸ਼ਤਾਂ ਸੁਣਨ ਵਾਸਤੇ ਰੇਡੀਓ ਸਾਂਝੀ ਆਵਾਜ਼ ਮੈਲਬਨ ਦਾ ਪੇਜ ਲਾਈਕ ਕਰਕੇ ਉਸ ਪੇਜ ਤੇ ਤੁਸੀਂ ਪਹਿਲੀਆਂ 7 ਕਿਸ਼ਤਾਂ ਵੀ ਸੁਣ ਸਕਦੇ ਹੋ ਤੇ ਜਾਂ ਫਿਰ ਟਾਕਿੰਗ ਬੁੱਕਸ YouTube ਚੈਨਲ ਸਬਸਕ੍ਰਾਈਬ ਕਰਕੇ। 2 ਸਾਲ ਦੀ ਸੇਵਾ ਕਰਕੇ ਤੇ ਲਗਭਗ 1 ਸਾਲ ਢਾਬਾ ਚਲਾ ਕੇ ਪ੍ਰੀਤੀ ਬਹੁਤ ਹੁਸ਼ਿਆਰ ਹੋ ਗਈ ਸੀ। ਕਈ ਪ੍ਰਕਾਰ ਦੇ ਲੋਕਾਂ ਨਾਲ ਵਾਹ ਪਿਆ, ਹੱਥ ਵੀ ਤੰਗ ਨਹੀਂ ਸੀ ਰਿਹਾ, ਪਰ ਉਹ ਆਪਣੇ ਪਿਆਰ ਨੂੰ ਨਹੀਂ ਭੁੱਲੀ ਸੀ। ਹਰ ਵੇਲੇ ਫਿਆਜ਼ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ ਬੈਠ ਕੇ ਉਸ ਦੀ ਯਾਦ ਨੂੰ ਦਸਤਕ ਦਿੰਦਾ ਸੀ। ਕਦੀ ਉਸ ਦਾ ਮਨ ਕਰਦਾ ਸਾਰੀਆਂ ਦੂਰੀਆਂ ਤੈਅ ਕਰਕੇ ਉਸ ਕੋਲ ਚਲੀ ਜਾਵਾਂ, ਪਰ ਉਹ ਇੰਜ ਕਰ ਨਹੀਂ ਸੀ ਸਕਦੀ। ਹੁਣ ਬਲਬੀਰ ਬਾਰੇ ਵੀ ਉਹ ਸੋਚਦੀ, ਉਸ ਨੂੰ ਛੱਡ ਕੇ ਜਾਣ ਦਾ ਉਹ ਹੀਲਾ ਵੀ ਨਹੀਂ ਕਰ ਸਕਦੀ ਸੀ। ਉਹਨੇ ਇਹੋ ਹੀ ਸੋਚਿਆ ਕਿ ਫਿਆਜ਼ ਨੂੰ ਖਤ ਲਿਖੇ, ਘਰ ਦਾ ਪਤਾ ਤੇ ਉਹਨੂੰ ਯਾਦ ਹੈ ਸੀ। ਉਸਨੇ ਖਤ ਲਿਖਿਆ ਤੇ ਭੇਜ ਦਿੱਤਾ। ਕੁਝ ਦਿਨ ਬੀਤੇ, ਫਿਆਜ਼ ਸ੍ਰੀਨਗਰ ਤੋਂ ਮੇਵੇ ਦੇ ਭਰੇ ਟਰੱਕ ਵਿੱਚ ਬੈਠ ਕੇ ਢਾਬੇ ਤੇ ਪਹੁੰਚ ਗਿਆ। ਦਿਨ ਦਾ ਸਮਾਂ ਸੀ। ਪ੍ਰੀਤੀ ਕਾਊਂਟਰ ਤੇ ਬੈਠੀ ਸੀ ਤੇ ਬਲਬੀਰ ਢਾਬੇ ਦਾ ਸਾਰਾ ਸਮਾਨ ਪਹੁੰਚਾ ਕੇ ਅੰਦਰ ਕਮਰੇ ਵਿੱਚ ਲੇਟਿਆ ਸੀ ਤੇ ਸੌਂ ਗਿਆ ਸੀ। ਪ੍ਰੀਤੀ ਫਿਆਜ਼ ਨੂੰ ਵੇਖ ਖੁਸ਼ੀ ਨਾਲ ਦੀਵਾਨੀ ਹੋ ਗਈ। ਉਸ ਨੂੰ ਕੁਝ ਸੁੱਝੇ ਹੀ ਨਹੀਂ ਕਿ ਕੀ ਕਰੇ। ਕੋਈ ਪ੍ਰਤੀਕਿਰਿਆ ਹੀ ਨਹੀਂ ਕੀਤੀ, ਗੁੰਮਸੁੰਮ ਜਿਹੀ ਹੋ ਗਈ। ਆਸ ਤੇ ਉਹਨੂੰ ਹੈ ਸੀ ਕਿ ਫਿਆਜ਼ ਜ਼ਰੂਰ ਆਏਗਾ। ਕਦੋਂ ਆਏਗਾ ਪਤਾ ਨਹੀਂ ਸੀ। ਕਈ ਵਾਰੀ ਉਸਨੇ ਸੋਚਿਆ ਕਿ ਕੀ ਫਿਆਜ਼ ਨੂੰ ਖਤ ਮਿਲ ਗਿਆ ਹੋਵੇਗਾ, ਉਸ ਨੂੰ ਆਉਣ ਵਿੱਚ ਕੋਈ ਪਰੇਸ਼ਾਨੀ ਤੇ ਨਹੀਂ ਹੋਏਗੀ। ਇਹੋ ਜਿਹੇ ਕਈ ਪ੍ਰਸ਼ਨ ਉਸ ਦੇ ਮਨ ਵਿੱਚ ਆਉਂਦੇ ਸਨ, ਪਰ ਅੱਜ ਫਿਆਜ਼ ਨੂੰ ਵੇਖ ਕੇ ਉਸ ਦੇ ਸਾਰਿਆਂ ਸਵਾਲਾਂ ਦਾ ਉੱਤਰ ਉਸ ਨੂੰ ਮਿਲ ਗਿਆ ਸੀ। ਖਾਣੇ ਤੋਂ ਬਾਅਦ ਉਸਨੇ ਪੁੱਛਿਆ, ढाबा खुद चलाती हो? मेरे हस्बैंड चलाते हैं। मैं तो 2-4 घंटे यहाँ बैठती हूँ जब उन्हें थोड़ा आराम करना होता है। तुम्हारे कहने पर तो मैं आ गया हूँ। अब कहाँ जाना है, कहाँ रहना है, क्या करना है? फ्याज, अब तुम नंदेड़ चले जाओ। ट्रक तुम्हारा अपना है क्या? हाँ। फल कहाँ उतारना है? बिदर। तुम नंदेड़ चले जाओ, किसी होटल में रहो। कल इसी वक्त यहाँ आओ। आगे क्या करना है मैं कल ही बताऊंगी। ट्रक को बिदर भेज दो। फ्याज चला गया। कोई फालतू गल नहीं की। उस दे जान पिछों प्रीति दुविधा विच सी कि की करे, बलबीर नूं दसे जां नहीं। नंदेड़ भी किसी होटल विच नहीं जा सकती सी। 2 साल उत्थे रही सी। कोई वेख भी सकता सी, बदनामी हो सकती है। फिर उसने मन बना लिया कि बलबीर नूं दस देवेगी। उस तों ते मिलन दी शर्त उसने मनवाई ही सी। उस नूं इह शर्त मननी पवेगी ते मैनूं मिलन लई मना नहीं कर सकता। फियाज दे जाण पिछों प्रीति अंदर गई। बलबीर दोपहर दी रोटी खा के बैठा सी। वो कोल जा बैठी। उसने बेबाक बलबीर नूं कह दिता कि फियाज आया है। फियाज इत्थे? बलबीर तरबक गया। ਉਹ ਇੱਥੇ ਕਿਵੇਂ ਆਇਆ? ਕਿਸ ਨੇ ਉਸ ਨੂੰ ਪਤਾ ਦਿੱਤਾ? ਮੈਂ ਉਸ ਨੂੰ ਖਤ ਪਾਇਆ ਸੀ, ਪ੍ਰੀਤੀ ਨੇ ਕਿਹਾ। ਤੂੰ ਖਤ ਪਾਇਆ ਸੀ? ਤੂੰ ਹਾਲੀ ਉਸ ਨੂੰ ਛੱਡਿਆ ਨਹੀਂ? ਬਲਬੀਰ ਖਿੱਚ ਕੇ ਬੋਲਿਆ। ਹਾਂ ਬਬਲੂ, ਮੈਂ ਉਹਨੂੰ ਛੱਡ ਨਹੀਂ ਸਕਦੀ। ਉਹ ਮੇਰੀ ਰੂਹ ਵਿੱਚ ਵਸਦਾ ਹੈ। ਕੋਈ ਦਿਨ ਨਹੀਂ ਹੁੰਦਾ ਜਦੋਂ ਜਾਗਦੇ ਹੀ ਮੈਨੂੰ ਉਹਦੀ ਯਾਦ ਨਹੀਂ ਆਉਂਦੀ, ਤੇ ਨਾ ਕੋਈ ਰਾਤ ਐਸੀ ਹੁੰਦੀ ਹੈ ਜਦੋਂ ਉਹ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਉਸ ਬਿਨਾਂ ਮੈਂ ਆਪਣੇ ਆਪ ਨੂੰ ਅਧੂਰੀ ਸਮਝਦੀ ਹਾਂ। ਉਹ ਮੇਰਾ ਇਸ਼ਟ ਹੈ, ਮੈਂ ਉਸ ਦੀ ਬੰਦਗੀ ਕਰਦੀ ਹਾਂ। ਪ੍ਰੀਤੀ ਦੀਆਂ ਅੱਖਾਂ ਛਲਕ ਗਈਆਂ। ਫਿਰ ਮੈਂ ਕਿਸ ਭਰੋਸੇ ਤੇ ਜ਼ਿੰਦਗੀ ਕੱਟ ਰਿਹਾ ਹਾਂ? ਤੇਰਾ ਦਿਲ ਦਿਮਾਗ ਤੇ ਕਿਸੇ ਹੋਰ ਦਾ ਹੈ। ਮੇਰਾ ਜਿਸਮ ਤੇ ਤੇਰੇ ਕੋਲ ਹੈ। ਇਹੋ ਜਿਹੇ ਬੇਜਾਨ ਜਿਸਮ ਨੂੰ ਕੀ ਕਰਨਾ? ਹਾਂ, ਜਿਵੇਂ ਤੂੰ ਰੱਖਦਾ ਹੈ ਤਿਵੇਂ ਰਹਿੰਦੀ ਹਾਂ। ਜਿਸ ਕੰਮ ਵਿੱਚ ਮੈਨੂੰ ਤੂੰ ਪਾਇਆ, ਕੀ ਮੈਂ ਇਹੋ ਜਿਹਾ ਕੰਮ ਕਰ ਸਕਦੀ ਸਾਂ? ਪਰ ਤੇਰਾ ਸਾਥ ਦੇਣ ਲਈ, ਤੇਰੀ ਮਦਦ ਕਰਨ ਲਈ ਇਹ ਵੀ ਕਰਦੀ ਪਈ ਹਾਂ।
ਕਿਹੋ ਜਿਹੇ ਬੰਦਿਆਂ ਨਾਲ ਰੋਜ਼ ਪਾਲਾ ਪੈਂਦਾ ਹੈ। ਤੇਰੇ ਲਈ ਭੁਗਤਦੀ ਹਾਂ ਨਾ, ਤੇਰਾ ਸਾਥ ਦੇਣ ਤੋਂ ਕਦੇ ਪਿੱਛੇ ਨਹੀਂ ਹਟੀ। ਕਿੰਨੇ ਸ਼ਰਾਬੀ ਕਬਾਬੀ ਟਰੱਕਾਂ ਵਾਲੇ ਆਉਂਦੇ ਹਨ, ਕੀ ਸੁਣਾਉਂਦੇ ਹਨ, ਸਭ ਸਹਿੰਦੀ ਹਾਂ ਤੇਰੇ ਲਈ। ਉਹ ਤੇ ਠੀਕ ਹੈ, ਪਰ ਫਿਆਜ਼ ਨੂੰ ਇੱਥੇ ਬੁਲਾਉਣਾ ਠੀਕ ਨਹੀਂ। ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਮੈਂ ਤੇ ਇਹਨਾਂ ਸਾਰੀਆਂ ਪੀੜਾਂ ਤਕਲੀਫਾਂ ਨੂੰ ਸਹਿ ਕੇ ਸਿਰਫ ਫਿਆਜ਼ ਨੂੰ ਮਿਲਣ ਦੀ ਇੱਛਾ ਕੀਤੀ ਹੈ। ਇਸ ਸ਼ਰਤ ਵਾਸਤੇ ਤੂੰ ਮੰਨਿਆ ਵੀ ਹੈ। ਮੈਂ ਤੇ ਉਹਨੂੰ ਮਿਲਣਾ ਹੈ, 1 ਦਿਨ ਲਈ ਜਾਂ 2 ਦਿਨ ਲਈ। ਬਾਕੀ ਮੇਰੀ ਸਾਰੀ ਜ਼ਿੰਦਗੀ ਤੇ ਤੈਨੂੰ ਹੀ ਅਰਪਣ ਹੈ। ਅਗਰ ਤੂੰ ਮਿਲਣ ਵਾਸਤੇ ਮਨਾ ਕਰੇਗਾ ਤੇ ਕੋਈ ਗੱਲ ਨਹੀਂ, ਮੈਂ ਵੀ ਗੋਦਾਵਰੀ ਵਿੱਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਦਿਆਂਗੀ। ਪ੍ਰੀਤੀ ਬਹੁਤ ਗੰਭੀਰ ਹੋ ਕੇ ਸਭ ਕੁਝ ਬੋਲੀ ਗਈ। ਬਲਬੀਰ ਚੁੱਪਚਾਪ ਸੁਣਦਾ ਰਿਹਾ। ਉਸ ਦੀ ਨਜ਼ਰ ਫਰਸ਼ ਤੇ ਗੱਡੀ ਗਈ। ਕੀ ਜਵਾਬ ਦੇਵੇ, ਕੁਝ ਸੁੱਝ ਨਹੀਂ ਸੀ ਰਿਹਾ। ਪ੍ਰੀਤੀ ਦੂਜੇ ਕਮਰੇ ਵਿੱਚ ਜਾ ਕੇ ਬਿਸਤਰ ਤੇ ਪੈ ਗਈ, ਦਰਵਾਜ਼ਾ ਬੰਦ ਕਰ ਲਿਆ ਤੇ ਹੰਝੂਆਂ ਦੇ ਸਾਗਰ ਵਿੱਚ ਡੁੱਬ ਗਈ। ਬਲਬੀਰ ਵਾਸਤੇ ਇਹ ਬੜਾ ਗੰਭੀਰ ਮਸਲਾ ਸੀ। ਕੀ ਕਰੇ, ਕਿਵੇਂ ਪ੍ਰੀਤੀ ਦੀ ਖਾਹਿਸ਼ ਪੂਰੀ ਕਰੇ? ਕਿਹੜਾ ਮਰਦ ਆਪਣੀ ਪਤਨੀ ਨੂੰ ਕਿਸੇ ਦੂਸਰੇ ਮਰਦ ਨੂੰ ਮਿਲਣ ਦੀ ਇਜਾਜ਼ਤ ਦੇ ਸਕਦਾ ਹੈ, ਉਹ ਵੀ ਜਿਹੜਾ ਉਸ ਦਾ ਪੁਰਾਣਾ ਆਸ਼ਿਕ ਹੋਵੇ ਤੇ 2 ਵਾਰੀ ਉਸ ਕੋਲ ਰਹਿ ਕੇ ਆਈ ਹੋਵੇ। ਉਸਨੇ ਇਸ ਨੂੰ ਭੈਣ ਬਣਾ ਕੇ ਤੇ ਨਹੀਂ ਰੱਖਿਆ ਹੋਵੇਗਾ। ਇਹੋ ਹੀ ਸੋਚਦਿਆਂ ਸ਼ਾਮ ਪੈ ਗਈ। ਢਾਬੇ ਤੇ ਕੰਮ ਦਾ ਵੇਲਾ ਹੋ ਗਿਆ। ਬਲਬੀਰ ਪ੍ਰੀਤੀ ਨੂੰ ਉਸਦੇ ਕਮਰੇ ਵਿੱਚ ਇੰਝ ਹੀ ਛੱਡ ਕੇ ਬਾਹਰ ਢਾਬੇ ਵਿੱਚ ਚਲਾ ਗਿਆ। ਬਲਬੀਰ ਗੁੱਸੇ ਵਿੱਚ ਸੀ ਤੇ ਚਿੰਤਾ ਵਿੱਚ ਵੀ ਸੀ। ਡਰ ਰਿਹਾ ਸੀ ਕਿਤੇ ਪ੍ਰੀਤੀ ਕੋਈ ਗਲਤ ਕਦਮ ਨਾ ਉਠਾ ਲਵੇ, ਕਿਤੇ ਫਿਰ ਫਿਆਜ਼ ਨਾਲ ਨਾ ਚਲੀ ਜਾਵੇ। ਫਿਆਜ਼ ਤੇ ਵੀ ਬਹੁਤ ਗੁੱਸਾ ਆ ਰਿਹਾ ਸੀ। ਇਹ ਸਾਲਾ ਹਰਾਮੀ ਕਿੱਥੋਂ ਆ ਗਿਆ? ਅਗਰ ਪ੍ਰੀਤੀ ਨੇ ਕੁਝ ਕਰ ਲਿਆ ਤਾਂ ਮੈਂ ਬਰਬਾਦ ਹੋ ਜਾਵਾਂਗਾ। ਮੇਰਾ ਕੰਮ-ਕਾਜ ਖਤਮ ਹੋ ਜਾਏਗਾ। ਕਿਸੇ ਤਰੀਕੇ ਇਸ ਨੂੰ ਮਨਾਉਣਾ ਪਵੇਗਾ। ਇਸ ਦੀ ਗੱਲ ਮੰਨਣੀ ਪਵੇਗੀ। ਕੀ ਫਰਕ ਪੈਂਦਾ ਹੈ? ਅੱਖੀਂ ਵੇਖ ਕੇ ਮੱਖੀ ਖਾਣੀ ਪੈਣੀ ਹੈ। ਜਦੋਂ ਮੈਂ ਇਸ ਨਾਲ ਵਿਆਹ ਕੀਤਾ ਸੀ, ਕਿਹੜੀ ਸਤੀ ਸਵਿਤਰੀ ਸੀ। ਮਿਲਣਾ ਚਾਹੁੰਦੀ ਹੈ ਤਾਂ ਮਿਲ ਲਵੇ। ਅਗਰ ਉਸ ਦੀ ਆਤਮਾ, ਉਸ ਦਾ ਜ਼ਮੀਰ ਮੰਨਦਾ ਹੈ ਤਾਂ ਕਰ ਲਵੇ ਆਪਣੀ ਮਰਜ਼ੀ। ਆਪਣੇ ਮਨ ਵਿੱਚ ਹੀ ਆਪਣੇ ਵਿਚਾਰਾਂ ਨਾਲ ਆਪਣੇ ਆਪ ਨੂੰ ਸਮਝਾਉਂਦਾ ਰਿਹਾ। ਬਲਬੀਰ ਨੇ ਕਦੀ ਸ਼ਰਾਬ ਨਹੀਂ ਪੀਤੀ ਸੀ, ਨਾ ਹੀ ਪੀਣ ਦਾ ਸ਼ੌਕ ਰੱਖਦਾ ਸੀ, ਪਰ ਅੱਜ ਉਸ ਦਾ ਦਿਲ ਸ਼ਰਾਬ ਪੀਣ ਨੂੰ ਕੀਤਾ। ਢਾਬੇ ਤੇ ਸ਼ਰਾਬ ਰੱਖਦਾ ਸੀ ਵੇਚਣ ਲਈ ਤੇ ਅੱਜ ਆਪ ਵੀ ਪੀ ਲਈ। ਢਾਬੇ ਤੋਂ ਪ੍ਰੀਤੀ ਲਈ ਰੋਟੀ ਭੇਜੀ, ਜਿਹੜੀ ਉਸਨੇ ਵਾਪਸ ਕਰ ਦਿੱਤੀ, ਖਾਣ ਤੋਂ ਬਿਨਾਂ, ਤੇ ਆਪਣਾ ਦਰਵਾਜ਼ਾ ਵੀ ਨਹੀਂ ਖੋਲਿਆ। ਨੌਕਰ ਨੇ ਆ ਕੇ ਦੱਸਿਆ ਕਿ ਬੀਬੀ ਜੀ ਦਾ ਕਮਰਾ ਬੰਦ ਹੈ ਤੇ ਰੋਸ਼ਨੀ ਵੀ ਨਹੀਂ ਸੀ ਜਲ ਰਹੀ। ਬਹੁਤ ਆਵਾਜ਼ਾਂ ਮਾਰੀਆਂ, ਕੋਈ ਜਵਾਬ ਵੀ ਨਹੀਂ ਦਿੱਤਾ। ਬਲਬੀਰ ਘਬਰਾ ਗਿਆ, ਛੇਤੀ ਅੰਦਰ ਗਿਆ, ਦਰਵਾਜ਼ਾ ਖੜਕਾਇਆ, ਬਹੁਤ ਉੱਚੀ ਆਵਾਜ਼ ਵਿੱਚ ਪ੍ਰੀਤੀ ਨੂੰ ਬੁਲਾਉਂਦਾ ਰਿਹਾ। ਪ੍ਰੀਤੀ ਦਰਵਾਜ਼ਾ ਖੋਲ, ਬਾਹਰ ਨਿਕਲ। ਪਰ ਪ੍ਰੀਤੀ ਦੇ ਕਮਰੇ ਤੋਂ ਕੋਈ ਜਵਾਬ ਨਹੀਂ ਆਇਆ। ਉਸਨੇ ਸੋਚਿਆ ਕਿਤੇ ਆਤਮ ਹੱਤਿਆ ਤਾਂ ਨਹੀਂ ਕਰ ਬੈਠੀ ਹੋਵੇ। ਉਹ ਫਿਰ ਚੀਖਿਆ, ਪ੍ਰੀਤੀ ਬੂਹਾ ਖੋਲ, ਤੂੰ ਜੋ ਚਾਹੇਂਗੀ ਉਹੀ ਹੋਵੇਗਾ। ਤੂੰ ਫਿਆਜ਼ ਨੂੰ ਮਿਲ ਸਕਦੀ ਹੈ, ਬਸ ਸਿਰਫ ਇੱਕ ਵਾਰੀ ਬੂਹਾ ਖੋਲ ਦੇ। ਆਪਣਾ ਸਿਰ ਦੋਨਾਂ ਹੱਥਾਂ ਵਿੱਚ ਫੜ ਕੇ ਦਰਵਾਜ਼ੇ ਦੀ ਦਹਲੀਜ਼ ਵਿੱਚ ਬੈਠ ਗਿਆ। ਕੁਝ ਵਕਤ ਬਾਅਦ ਪ੍ਰੀਤੀ ਨੇ ਦਰਵਾਜ਼ਾ ਖੋਲ੍ਹਿਆ। ਖਿਲਰੇ ਵਾਲ, ਚੁੰਨੀ ਗਲ ਵਿੱਚ ਪਾਈ ਹੋਈ, ਆਪਣੇ ਕੱਪੜੇ ਫਾੜੇ ਹੋਏ ਤੇ ਰੋ ਰੋ ਕੇ ਅੱਖਾਂ ਸੁਜਾਈਆਂ ਹੋਈਆਂ ਸਨ। ਬਲਬੀਰ ਨੇ ਉਹਨੂੰ ਸੀਨੇ ਨਾਲ ਲਗਾਇਆ ਤੇ ਜਜ਼ਬਾਤੀ ਹੋ ਗਿਆ। ਚੱਲੀਏ, ਤੂੰ ਜਾਣਦੀ ਹੈ ਮੈਂ ਤੇਰੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ ਤੇ ਆਪਣੀ ਜ਼ਿੰਦਗੀ ਦੀ ਚਾਹਤ ਪੂਰੀ ਕਰਾਂਗਾ। ਤੂੰ ਫਿਆਜ਼ ਨੂੰ ਮਿਲ ਸਕਦੀ ਹੈ ਅਗਰ ਤੈਨੂੰ ਇਹੋ ਹੀ ਚੰਗਾ ਲੱਗਦਾ ਹੈ। ਫਿਆਜ਼ ਦੂਜੇ ਦਿਨ ਢਾਬੇ ਤੇ ਆਇਆ। ਪ੍ਰੀਤੀ ਰੋਜ਼ ਵਾਂਗੂ ਕਾਊਂਟਰ ਤੇ ਬੈਠੀ ਸੀ। ਅੱਖਾਂ ਭਾਵੇਂ ਰੋ ਰੋ ਕੇ ਲਾਲ ਹੋਈਆਂ ਸਨ, ਪਰ ਚਿਹਰੇ ਤੇ ਮੁਸਕਾਨ ਸੀ। ਖੁਸ਼ ਸੀ ਤੇ ਫਿਆਜ਼ ਨੂੰ ਆਪਣੇ ਕੋਲ ਵਾਲੀ ਕੁਰਸੀ ਤੇ ਬਿਠਾਇਆ। ਬਲਬੀਰ ਅੰਦਰ ਸੀ। ਨੌਕਰ ਭੇਜ ਕੇ ਉਸ ਨੂੰ ਬੁਲਾਇਆ। ਹੁਣ ਤੱਕ ਉਹ ਕਦੀ ਫਿਆਜ਼ ਨੂੰ ਮਿਲਿਆ ਨਹੀਂ ਸੀ। ਉਸ ਦਾ ਸਾਹਮਣਾ ਕਦੀ ਨਹੀਂ ਸੀ ਹੋਇਆ। ਅੰਦਰੋਂ ਆ ਕੇ ਉਸ ਨੂੰ ਮਿਲਿਆ
ਇੱਕ ਹਾਰੇ ਹੋਏ ਕਰਮਵੀਰ ਦੀ ਤਰ੍ਹਾਂ, ਜਿਸ ਦੇ ਕਰਮਾਂ ਵਿੱਚ ਕੇਵਲ ਹਾਰ ਲਿਖੀ ਹੋਈ ਸੀ। ਉਹ ਕੁਝ ਨਹੀਂ ਬੋਲਿਆ, ਸਿਰਫ ਇੰਨਾ ਹੀ ਕਿਹਾ, ਇਸ ਵੇਲੇ ਜਾ ਸਕਦੇ ਹੋ, ਤੇ ਆਪ ਕਾਊਂਟਰ ਤੇ ਬੈਠ ਗਿਆ। ਪ੍ਰੀਤੀ ਤਿਆਰ ਹੋ ਕੇ ਫਿਆਜ਼ ਨਾਲ ਚਲੀ ਗਈ, ਕਹਿ ਕੇ ਰਾਤ ਤੱਕ ਵਾਪਸ ਆ ਜਾਵਾਂਗੀ। ਬਲਬੀਰ ਚੁੱਪ ਰਿਹਾ ਤੇ ਅਨੁਮਤੀ ਵਿੱਚ ਸਿਰਫ ਸਿਰ ਹਿਲਾਇਆ ਤੇ ਪ੍ਰੀਤੀ ਚਲੀ ਗਈ। ਪਿਆਰ, ਇਸ਼ਕ ਮਨੁੱਖ ਨੂੰ ਕਿੰਨਾ ਪਾਗਲ ਤੇ ਦੀਵਾਨਾ ਕਰ ਦਿੰਦਾ ਹੈ। ਧਰਮ ਕਰਮ ਦੀ ਕੋਈ ਸੋਝੀ ਨਹੀਂ ਰਹਿੰਦੀ, ਸ਼ਰਮ ਖਤਮ ਹੋ ਜਾਂਦੀ ਹੈ। ਜੀਵਨ ਵਿੱਚ ਕਿਸੇ ਲਈ ਭਾਵਨਾ ਦਾ ਅੰਤ ਹੋ ਜਾਂਦਾ ਹੈ। ਫਿਆਜ਼ ਭਾਵੇਂ ਪ੍ਰੀਤੀ ਲਈ ਬਹੁਤ ਚੰਗਾ ਹੋਏਗਾ, ਪਰ ਇਨਸਾਨੀਅਤ ਦੀ ਨਜ਼ਰਾਂ ਵਿੱਚ ਉਸਨੇ ਨੀਚ ਕਰਮ ਕੀਤਾ। ਕੋਈ ਸਦਾਚਾਰ ਹੁੰਦਾ ਹੈ? ਸ਼ਰਾਫਤ ਤੋਂ ਗਿਰਨ ਦੀ ਕੋਈ ਹੱਦ ਹੁੰਦੀ ਹੈ? ਪ੍ਰੀਤੀ ਦਾ ਆਪਣੇ ਘਰ ਵਾਲੇ ਨਾਲ ਚਲੇ ਜਾਣ ਬਾਅਦ ਉਸਨੂੰ ਪਿੱਛੇ ਹਟ ਜਾਣਾ ਚਾਹੀਦਾ ਸੀ। ਸਦਾ ਵਾਸਤੇ ਉਸ ਦੀ ਜ਼ਿੰਦਗੀ ਵਿੱਚੋਂ ਨਿਕਲ ਜਾਣਾ ਚਾਹੀਦਾ ਸੀ। ਪ੍ਰੀਤੀ ਦੇ ਸੁਖੀ ਸੰਸਾਰ ਵਿੱਚ ਦਖਲ ਨਹੀਂ ਸੀ ਦੇਣਾ ਚਾਹੀਦਾ। ਕਿਸੇ ਬੰਦੇ ਨੂੰ ਪੁੱਛ ਕੇ ਉਸ ਦੇ ਸਾਹਮਣੇ ਉਸ ਦੀ ਪਤਨੀ ਨੂੰ ਲੈ ਜਾਣਾ ਨੀਚਤਾ ਤੋਂ ਸਿਵਾ ਹੋਰ ਕੀ ਸੀ? ਪ੍ਰੀਤੀ ਦੀ ਨੀਚਤਾ ਦਾ ਵੀ ਇਹ ਇੱਕ ਉਦਾਹਰਣ ਸੀ। ਪ੍ਰੀਤੀ ਦਾ ਪਤੀ ਨੂੰ ਛੱਡ ਕੇ ਦੂਸਰੇ ਮਰਦ ਨਾਲ ਜਾਣਾ, ਇਸ ਤੋਂ ਵੱਧ ਚਰਿੱਤਰਹੀਨਤਾ ਕੀ ਹੋ ਸਕਦੀ ਹੈ? ਔਰਤ ਜਦੋਂ ਆਈ ਤੇ ਆਉਂਦੀ ਹੈ ਤਾਂ ਕੁਝ ਵੀ ਕਰ ਸਕਦੀ ਹੈ। ਅੰਦਰ ਦਾ ਭੈ ਮੁੱਕ ਜਾਂਦਾ ਹੈ, ਆਤਮਾ ਮਰ ਜਾਂਦੀ ਹੈ। ਜਦੋਂ ਆਤਮਾ ਮਰ ਜਾਵੇ ਤਾਂ ਔਰਤ ਸਵਾਰਥੀ ਹੋ ਜਾਂਦੀ ਹੈ। ਉਹ ਟੁੱਟ ਜਾਂਦੀ ਹੈ। ਉਸ ਦੇ ਜਿਸਮ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਮਰਦ ਉਸ ਨਾਲ ਆਪਣੀ ਹਵਸ ਪੂਰੀ ਕਰਦਾ ਹੈ। ਫਿਆਜ਼ ਕੋਲ 2 ਵਾਰੀ ਰਹੀ, ਆਪਣੇ ਪਤੀ ਕੋਲ 2 ਵਾਰੀ ਰਹੀ ਤੇ ਕੁਲਦੀਪ ਨੇ ਬਲਾਤਕਾਰ ਕੀਤਾ। ਹੁਣ ਉਹਦੇ ਕੋਲ ਬਚਾਉਣ ਜੋਗਾ ਕੀ ਰਹਿ ਗਿਆ ਸੀ? ਹਾਂ, ਉਸ ਦੀ ਚਾਹਤ ਜ਼ਿੰਦਾ ਸੀ, ਫਿਰ ਭਟਕਿਆ ਹੋਇਆ ਪਿਆਰ ਜਿਸ ਲਈ ਉਹ ਸਦਾ ਤਿਆਰ ਸੀ। ਫਿਆਜ਼ ਉਸਨੂੰ ਰਾਤ 10 ਵਜੇ ਛੱਡ ਗਿਆ। ਨੰਦੇੜ ਤੋਂ ਉਸਨੇ ਟੈਕਸੀ ਲਿਆਂਦੀ ਸੀ। ਬਲਬੀਰ ਕਾਊਂਟਰ ਤੇ ਬੈਠਾ ਹਿਸਾਬ ਕਰ ਰਿਹਾ ਸੀ, ਨਾਲੇ ਸ਼ਰਾਬ ਪੀ ਰਿਹਾ ਸੀ। ਅੱਜ ਦੂਜੇ ਦਿਨ ਫਿਰ ਉਸਨੇ ਸ਼ਰਾਬ ਪੀਤੀ ਸੀ। ਪ੍ਰੀਤੀ ਵੱਲ ਉਸਨੇ ਵੇਖਿਆ ਵੀ ਨਹੀਂ। ਉਹ ਅੰਦਰ ਚਲੀ ਗਈ ਤੇ ਫਿਆਜ਼ ਨੇ ਟੈਕਸੀ ਵਾਪਸ ਮੋੜੀ ਤੇ ਬਲਬੀਰ ਨੂੰ ਬਿਨਾਂ ਮਿਲੇ ਚਲਾ ਗਿਆ। ਬਲਬੀਰ ਨੂੰ ਮਿਲਦਾ ਵੀ ਕਿਵੇਂ ਇੱਕ ਦੂਜੇ ਨਾਲ ਅੱਖਾਂ ਮਿਲਾ ਸਕਦੇ ਸਨ। ਬਲਬੀਰ ਦੇ ਜੀਵਨ ਵਿੱਚ ਬੜਾ ਬਦਲਾਵ ਆ ਗਿਆ। ਇਸ ਘਟਨਾ ਤੋਂ ਬਾਅਦ ਉਸਨੇ ਰੋਜ਼ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਪ੍ਰੀਤੀ ਤੋਂ ਦੂਰੀ ਬਣਾ ਲਈ। ਕਈ ਦਿਨ ਉਸਦੇ ਨਾਲ ਗੱਲ ਨਹੀਂ ਕੀਤੀ। ਉਸਨੂੰ ਜਾਪਿਆ ਕਿ ਮੈਂ ਪਤਨੀ ਘਰ ਰੱਖੀ ਹੈ, ਦੇਖਭਾਲ ਕਰਦਾ ਹਾਂ, ਇਸ ਦੀ ਹਰ ਲੋੜ ਪੂਰੀ ਕਰਦਾ ਹਾਂ, ਪਰ ਇਹ ਤੇ ਕਿਸੇ ਦੂਸਰੇ ਮਰਦ ਦੀ ਅਮਾਨਤ ਹੈ। ਜਦੋਂ ਉਸਦਾ ਮਨ ਕਰੇਗਾ ਆਏਗਾ, ਮੇਰੀ ਪਤਨੀ ਨੂੰ ਲੈ ਜਾਏਗਾ, ਵਰਤ ਕੇ ਵਾਪਸ ਛੱਡ ਜਾਏਗਾ। ਬਲਬੀਰ ਦੇ ਅੰਦਰ ਦਾ ਉਤਸ਼ਾਹ ਮੁੱਕ ਗਿਆ ਸੀ। ਈਸ਼ਵਰ ਤੋਂ ਭਰੋਸਾ ਉੱਠ ਗਿਆ ਸੀ। ਪ੍ਰੀਤੀ ਨਾਲ ਉਸਨੂੰ ਨਫ਼ਰਤ ਹੋ ਗਈ ਸੀ। ਉਸਨੇ ਪ੍ਰੀਤੀ ਦਾ ਬਾਹਰ ਕਾਊਂਟਰ ਤੇ ਬੈਠਣਾ ਵੀ ਘੱਟ ਕਰ ਦਿੱਤਾ। ਉਸਨੂੰ ਜਾਪਿਆ ਜਿਵੇਂ ਇਸਨੇ ਫਿਆਜ਼ ਨਾਲ ਜਾਣ ਲਈ ਜਿੱਦ ਕੀਤੀ ਹੈ, ਇਹ ਕਿਸੇ ਨਾਲ ਵੀ ਜਾਣ ਲਈ ਜ਼ਿੱਦ ਕਰੇਗੀ। ਵਿਸ਼ਵਾਸ ਖਤਮ ਹੋ ਗਿਆ। ਐਵੇਂ ਹੀ ਕੁਝ ਦਿਨ ਬੀਤ ਗਏ। ਹੌਲੀ-ਹੌਲੀ ਬਲਬੀਰ ਦਾ ਗੁੱਸਾ ਸ਼ਾਂਤ ਹੋ ਗਿਆ। ਫਿਰ ਥੋੜੀ ਬਹੁਤੀ ਗੱਲਬਾਤ ਸ਼ੁਰੂ ਹੋ ਗਈ ਤੇ ਫਿਰ ਉਸੇ ਤਰ੍ਹਾਂ ਸਭ ਠੀਕ ਹੋ ਗਿਆ। ਪਰ ਪਾਬੰਦੀਆਂ ਪ੍ਰੀਤੀ ਤੇ ਬਰਕਰਾਰ ਰਹੀਆਂ। ਉਹਨਾਂ ਦਾ ਹੱਸਣਾ, ਖੇਡਣਾ ਤੇ ਪਿਆਰ ਕਰਨਾ ਘਟ ਗਿਆ ਸੀ। ਬਲਬੀਰ ਦੇ ਦਿਲ ਨੂੰ ਬਹੁਤ ਠੇਸ ਲੱਗੀ ਸੀ, ਪਰ ਉਸਦਾ ਆਪਣਾ ਕਸੂਰ ਸੀ। ਪ੍ਰੀਤੀ ਨੂੰ ਕੋਈ ਅਫਸੋਸ ਨਹੀਂ ਸੀ ਇਸ ਘਟਨਾ ਦੇ ਘਟਣ ਦਾ, ਤੇ ਉਹ ਬਹੁਤ ਪ੍ਰਸੰਨ ਸੀ। ਤੁਸੀਂ ਸੁਣ ਰਹੇ ਸੀ ਬੇਨਾਮ ਰਿਸ਼ਤੇ ਦੀ 8ਵੀਂ ਕਿਸ਼ਤ ਤੇ 9ਵੀਂ ਕਿਸ਼ਤ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ।